ਸਤਿ ਸਟੂਡੈਂਟ ਜਦੋਂ ਕੱਲ ਆਪਾਂ ਟੌਪਿਕ ਕੀਤਾ ਸੀਗਾ ਇੰਟਰਸਟ ਔਨ ਕੈਪੀਟਲ, ਠੀਕ ਹੈ ਨਾ। ਤੇ ਅੱਜ ਕਰਨਾ ਹੈਗਾ ਆਪਾਂ ਇੰਟਰਸਟ ਔਨ ਡਰਾਇੰਗ, ਠੀਕ ਹੈ ਨਾ। ਜਦੋਂ ਬੇਟਾ ਤੁਹਾਨੂੰ ਦੱਸਿਆ ਸੀਗਾ ਕੈਪੀਟਲ ਕੀ ਹੁੰਦੀ ਸੀਗੀ ਕਿ ਜਿਹੜਾ ਪਾਰਟਨਰ ਨੇ ਆਪਣੇ ਕੋਲੋਂ ਪਰਸਨਲ ਪੈਸਾ ਬਿਜ਼ਨਸ ਦੇ ਵਿੱਚ ਲਾਉਂਦੇ ਆ ਉਹਨੂੰ ਅਸੀਂ ਕੀ ਕਹਿ ਦਿੰਦੇ ਆ, ਕੈਪੀਟਲ। ਇਸੇ ਤਰ੍ਹਾਂ ਕੀ ਹੁੰਦਾ ਕਈ ਵੇਲੇ ਬੇਟਾ ਜਿਹੜੇ ਪਾਰਟਨਰ ਹੁੰਦੇ ਆ ਨਾ ਉਹਨਾਂ ਨੂੰ ਪਰਸਨਲ ਯੂਜ਼ ਲਈ ਕੋਈ ਪੈਸਾ ਚਾਹੀਦਾ ਹੁੰਦਾ ਆ। ਕਾਹਦੇ ਵਾਸਤੇ ਜੀ? ਪਰਸਨਲ ਯੂਜ਼ਡ ਵਾਸਤੇ ਪੈਸਾ ਚਾਹੀਦਾ ਹੁੰਦਾ, ਠੀਕ ਹੈ ਨਾ। ਜਿਹੜਾ ਪਰਸਨਲ ਯੂਜ਼ਡ ਵਾਸਤੇ ਪੈਸਾ ਚਾਹੀਦਾ ਹੁੰਦਾ ਆ ਉਹ ਬਿਜ਼ਨਸ ਦੇ ਵਿੱਚੋਂ ਵਿਡਰੋ ਕਰਾ ਲੈਂਦੇ ਆ। ਕਿਆ ਜੀ? ਬਿਜ਼ਨਸ ਦੇ ਵਿੱਚੋਂ ਉਹਨੇ ਕੀ ਕਰਾ ਲੈਣਾ ਜੀ? ਵਿਡਰੋ ਕਰਾਉਣਾ, ਪਰਸਨਲ ਯੂਜ਼ ਵਾਸਤੇ ਬਿਜ਼ਨਸ ਦੇ ਵਿੱਚੋਂ ਪੈਸਾ ਕਢਵਾਉਣਾ। ਤੇ ਬੇਟਾ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ? ਡਰਾਇੰਗ। ਕਿਆ ਜੀ? ਉਹਨੂੰ ਕੀ ਕਹਿ ਦਿੰਦੇ ਆਪਾਂ? ਡਰਾਇੰਗ, ਠੀਕ ਨਾ। ਔਰ ਬੇਟਾ ਜੇ ਪਾਰਟਨਰ ਨੇ ਬਿਜ਼ਨਸ ਦੇ ਵਿੱਚੋਂ ਕੋਈ ਪੈਸਾ ਕਢਵਾਇਆ ਹੈ ਆਪਣੇ ਪਰਸਨਲ ਯੂਜ਼ ਲਈ ਤਾਂ ਨੈਚੁਰਲੀ ਆ ਜੀ ਪਾਰਟਨਰ ਨੇ ਫਿਰ ਉੱਤੇ ਕਹਿ ਜੀ ਬਿਜ਼ਨਸ ਨੂੰ ਇੰਟਰਸਟ, ਫਾਰਮ ਨੂੰ ਇੰਟਰਸਟ ਵੀ ਦੇਣਾ। ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਇੰਟਰਸਟ ਔਨ ਡਰਾਇੰਗ। ਬੇਟਾ ਪਤਾ ਲੱਗ ਗਿਆ ਨਾ ਡਰਾਇੰਗ ਕੀ ਹੁੰਦੀ ਆ ਕਿ ਜਦੋਂ ਆਪਾਂ ਬਿਜ਼ਨਸ ਦੇ ਵਿੱਚੋਂ ਪਰਸਨਲ ਯੂਜ਼ ਲਈ ਪੈਸਾ ਕਢਵਾ ਲੈਂਦੇ ਆ ਉਹਨੂੰ ਅਸੀਂ ਕਹਿ ਦਿੰਦੇ ਆ ਜੀ ਡਰਾਇੰਗ। ਔਰ ਫਾਰਮ ਦੁਆਰਾ ਜਿਹੜਾ ਉਹਦੇ ਉੱਤੇ ਇੰਟਰਸਟ ਚਾਰਜ ਕੀਤਾ ਜਾਂਦਾ ਆ ਉਹਨੂੰ ਆਪਾਂ ਕਹਿ ਦਿੰਦੇ ਆ ਇੰਟਰਸਟ ਔਨ ਡਰਾਇੰਗ, ਠੀਕ ਨਾ। ਬੇਟਾ ਇੰਟਰਸਟ ਔਨ ਡਰਾਇੰਗ ਕੱਢਣ ਲਈ ਨਾ ਤੁਸੀਂ ਆਹ ਵਾਲਾ ਫਾਰਮੂਲਾ ਚੇਤੇ ਰੱਖਣਾ, ਇੰਟਰਸਟ ਔਨ ਡਰਾਇੰਗ। ਮੈਂ ਕਾਮਨ ਫਾਰਮੂਲਾ ਇੱਕ ਬਣਾਤਾ ਹੈ, ਕਿਆ ਜੀ? ਪਹਿਲੇ ਨੰਬਰ ਤੇ ਟੋਟਲ ਡਰਾਇੰਗ ਇਨਟੂ ਰੇਟ ਬਟਾ 100। ਬੇਟਾ ਰੇਟ ਤੁਹਾਨੂੰ ਦਿੱਤਾ ਹੋਣਾ 10%, 20%, 30% ਜਿੰਨਾ। ਫਿਰ ਬੇਟਾ 1/12 ਇਹ ਤੁਸੀਂ ਲਾਣਾ ਹੀ ਲਾਣਾ ਆ। ਤੇ ਨਾਲ ਬੇਟਾ ਤੁਸੀਂ ਲਾਣਾ ਹੈਗਾ ਆ ਟਾਈਮ। ਕੀ ਲਾਣਾ ਜੀ? ਟਾਈਮ ਲਾਣਾ। ਇਹ ਵਾਲਾ ਤੁਸੀਂ ਨਾ ਜਦੋਂ ਵੀ ਇੰਟਰਸਟ ਔਨ ਡਰਾਇੰਗ ਕੱਢਣਾ ਹੈ ਪਹਿਲਾਂ ਇੰਟਰਸਟ ਔਨ ਡਰਾਇੰਗ ਦਾ ਫਾਰਮੂਲਾ ਲਿਖਣਾ, ਕਿਆ ਜੀ? ਟੋਟਲ ਡਰਾਇੰਗ ਇਨਟੂ ਰੇਟ ਅਪੋਨ 100 ਇਨਟੂ 1/12 ਇਨਟੂ ਕਿਆ ਜੀ? ਟਾਈਮ। ਇਹ ਹੁੰਦਾ ਸਾਡਾ ਇੰਟਰਸਟ ਔਨ ਡਰਾਇੰਗ ਦਾ ਫਾਰਮੂਲਾ, ਠੀਕ ਨਾ। ਹੁਣ ਬੇਟਾ ਪਹਿਲੇ ਨੰਬਰ ਤੇ ਕਰਨੀ ਹੈਗੀ ਆਪਾਂ, ਸਾਡੇ ਕੋਲ ਆ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਕਿਹਾ ਜੀ ਤੁਸੀਂ ਨਾ ਜਿਹੜਾ ਫਾਰਮੂਲਾ ਲਾਣਾ ਆ ਟੋਟਲ ਡਰਾਇੰਗ ਕਿੱਦਾਂ ਕੱਢਣੀ ਆ, ਟਾਈਮ ਕਿੱਦਾਂ ਕੱਢਣਾ ਹੈ, ਇਹ ਤੁਹਾਨੂੰ ਮੈਂ ਮਾੜਾ ਜਿਹਾ ਦੱਸਦਾ, ਠੀਕ ਨਾ। ਇੱਕ ਤਾਂ ਬੇਟਾ ਪਹਿਲਾਂ ਇੰਟਰਸਟ ਔਨ ਡਰਾਇੰਗ ਕੱਢਣ ਦੇ ਲਈ ਨਾ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਆਹ ਚੀਜ਼ ਜ਼ਰੂਰ ਤੁਸੀਂ ਚੇਤੇ ਰੱਖਣੀ ਆ। ਬੇਟਾ ਇੱਕ ਮੈਂ ਟੇਬਲ ਬਣਾਉਣ ਲੱਗਾ ਆ, ਤੁਸੀਂ ਇਹ ਟੇਬਲ ਜ਼ਰੂਰ ਹੈ ਇੱਕ ਵਾਰੀ ਮਾੜਾ ਜਿਹਾ ਚੇਤੇ ਕਰ ਲਿਓ, ਮਾੜਾ ਜਿਹਾ ਤੁਹਾਨੂੰ ਲੌਜਿਕ ਜਿਹਾ ਮਿਲ ਜਾਂਦਾ ਕਿ ਇੰਟਰਸਟ ਔਨ ਡਰਾਇੰਗ ਕੱਢਣਾ ਕਿੱਦਾਂ ਆ, ਠੀਕ ਹੈ ਨਾ। ਕਿਹੜਾ ਹੈ ਜੀ? ਸਾਡੇ ਕੋਲ ਆ ਜਾਂਦਾ ਆ, ਤੁਹਾਡੀ ਤਾਂ ਬੁੱਕ 'ਚ ਬਣਿਆ ਵੀ ਹੈਗਾ ਆ, ਠੀਕ ਨਾ। ਪਰ ਤੁਹਾਡਾ ਮਾੜਾ ਜਿਹਾ ਪਤਾ ਲੱਗ ਜਾਏ ਜਿੱਦਾਂ ਕਿਹਾ ਜੀ ਫੋਰ ਐਗਜ਼ਾਮਪਲ ਹੋਵੇ ਫਸਟ ਡੇ ਆਫ ਐਵਰੀ ਮੰਥ, ਲਾਸਟ ਡੇ ਆਫ ਐਵਰੀ ਮੰਥ, ਜਾਂ ਫਿਰ ਕਿਹਾ ਜੀ ਮਿਡਲ ਆਫ ਐਵਰੀ ਮੰਥ, ਠੀਕ ਹੈ। ਜਾਂ ਫਿਰ ਬੇਟਾ ਦਿੱਤਾ ਹੋਣਾ ਉਹਨੇ ਫਸਟ ਡੇ ਆਫ ਐਵਰੀ ਕੁਆਟਰ, ਲਾਸਟ ਡੇ ਆਫ ਐਵਰੀ ਕੁਆਟਰ, ਠੀਕ ਹੈ ਜੀ। ਜਾਂ ਫਿਰ ਕਿਆ ਹੈਗਾ ਜੀ फर्स्ट डे फॉर एवरी 6 मंथ, लास्ट या एंड डे फॉर एवरी 6 मंथ, ठीक है जी। ये बेटा फॉर 6 मंथ आ, वो फॉर एवरी मंथ आ कला, ठीक है ना। या फिर कई वेले कह देंगे आ डेट नोट गिवन, केवल थानू डेट दित्ती नहीं होनी, उन्हें कह जी थानू डेट दित्ती नहीं होनी कि डेट कितनी, ठीक ना। हुण बेटा देख लो जिद्दां मान लो फॉर एग्जाम्पल आ मैं कह दिना कि मान लो जी ए दी जिहड़ी ड्राइंग आ वो हैगी आ 2000 एट एंड ऑफ एवरी मंथ, ठीक है जी। तो जिहड़ा साडे कोल इंटरस्ट ऑन ड्राइंग आ वो हैगा आ 10%। इंटरस्ट ऑन ड्राइंग कितना है जी? 10%, ठीक ना। सब तो बेटा देखो सानू फार्मूला क्या जी? टोटल ड्राइंग चाहिए। की चाहिए जी? टोटल ड्राइंग। देखो टोटल ड्राइंग किद्दां आनी है? टोटल ड्राइंग ये हैगा साडे कोल 2000 रुपया एट एंड ऑफ एवरी मंथ,
ठीक ना। तो बेटा इनू असी 12 ਨਾਲ ਮਲਟੀਪਲਾਈ कर लेना, कितना आ जाना जी 24,000। ठीक है, मतलब की है बेटा कि ਜਿਹੜਾ ਸਾਡੇ ਕੋਲ ਟੇਬਲ ਆ ਇੱਕ ਅਸੀਂ ਇਹਦੇ ਵਿੱਚ ਕੱਢਣਾ ਹੈਗਾ ਆ ਟੋਟਲ ਡਰਾਇੰਗ ਤੇ ਇੱਕ ਸਾਡੇ ਕੋਲ ਹੋਣਾ ਹੈਗਾ ਟਾਈਮ। ਇੱਕ ਕੀ ਹੋਣਾ ਜੀ ਟਾਈਮ। ਇੱਕ ਗੱਲ ਯਾਦ ਰੱਖ ਲਿਓ ਬੇਟਾ, ਜਦੋਂ ਵੀ ਫਸਟ ਡੇ ਫੈਬਰੀ ਮੰਥ ਹੋਵੇ, ਲਾਸਟ ਡੇ ਫੈਬਰੀ ਮੰਥ ਹੋਵੇ, ਮਿਡਲ ਆਫ ਫੈਬਰੀ ਮੰਥ ਆ, ਤਾਂ ਬੇਟਾ ਇਹਨਾਂ ਨੇ ਕੋਈ ਵੀ ਦਿੱਤਾ ਹੋਵੇ ਟੋਟਲ ਡਰਾਇੰਗ ਸਾਡੀ 12 ਨਾਲ ਮਲਟੀਪਲਾਈ ਕਰਕੇ ਆ। ਠੀਕ ਨਾ। ਜਾਂ ਫਿਰ ਕਿਹਾ ਜੀ ਫਸਟ ਡੇ ਫੈਬਰੀ ਕੁਆਟਰ ਹੋਵੇ, ਲਾਸਟ ਡੇ ਫੈਬਰੀ ਕੁਆਟਰ ਹੋਵੇ। ਠੀਕ ਨਾ। ਇਹਦੇ ਵਿੱਚ ਜਾਂ ਫਿਰ ਕਿਹਾ ਜੀ ਇਹਦੇ ਵਿੱਚ ਵੀ ਹੋ ਸਕਦਾ ਹੈ ਜੀ ਮਿਡਲ ਆਫ ਐਵਰੀ ਕੁਆਟਰ। ਤਾਂ ਇਹਦੇ ਵਿੱਚ ਟੋਟਲ ਡਰਾਇੰਗ ਸਾਡੀ 4 ਨਾਲ ਮਲਟੀਪਲਾਈ ਕਰਕੇ ਆਣੀ। ਟੋਟਲ ਡਰਾਇੰਗ ਕਿੰਨੇ ਨਾਲ ਆਣੀ ਹੈ ਜੀ 4 ਨਾਲ ਮਲਟੀਪਲਾਈ ਕਰਕੇ ਆਣੀ। ਉਸ ਤੋਂ ਬਾਅਦ ਅੱਗੇ ਹੈਗਾ ਜੀ ਫਸਟ ਡੇ ਫੈਬਰੀ 6 ਮੰਥ, ਲਾਸਟ ਡੇ ਫੈਬਰੀ 6 ਮੰਥ ਆ, ਇਹਦੇ ਵਿੱਚ ਟੋਟਲ ਡਰਾਇੰਗ ਆਉਂਦੀ ਹੁੰਦੀ ਹੈਗੀ 6 ਨਾਲ। ਠੀਕ ਨਾ। ਜੇ ਬੇਟਾ ਡੇਟ ਤੁਹਾਨੂੰ ਕੋਈ ਨਹੀਂ ਦਿੱਤੀ ਹੋ ਤਾਂ ਜੋ ਕੁਝ ਦਿੱਤਾ ਹੈ ਉਹੀ ਟੋਟਲ ਡਰਾਇੰਗ ਹੁੰਦਾ ਆ। ਇਹਦੇ ਵਿੱਚ ਕੀ ਕਰਦੇ ਆ ਜੀ ਆਪਾਂ ਕਿਸੇ ਨਾਲ ਮਲਟੀਪਲਾਈ ਨਹੀਂ ਕਰਦੇ, ਇਹ ਵੀ ਤੁਹਾਨੂੰ ਮੈਂ ਫਾਰਮੂਲਾ ਕੇ ਦੱਸ। ਠੀਕ ਨਾ। ਹੁਣ ਬੇਟਾ ਜਿੱਦਾਂ ਦਾ ਟੋਟਲ ਡਰਾਇੰਗ ਕੱਢ ਲਈ ਆ, ਹੁਣ ਆਪਾਂ ਕੀ ਕਰਨਾ ਹੈ ਜੀ ਇੰਟਰਸਟ ਔਨ ਡਰਾਇੰਗ ਕਿੰਨਾ ਹੈ ਜੀ 24,000 ਇਨਟੂ ਰੇਟ ਕਿੰਨਾ ਆ 10% ਆ। ਮਤਲਬ ਸਾਨੂੰ ਦਿੱਤਾ ਹੈ ਕਿ 10% ਆ ਨਾ, ਜੇ ਮਤਲਬ 15% ਆ ਤੇ 15% ਲਾ ਲੈਣਾ, ਜਿੰਨਾ % ਦਿੱਤਾ ਹੋਊਗਾ। ਮਤਲਬ 15% ਆ 15/100 ਗੁਣਾ 1/12। ਇਹ ਤੁਸੀਂ 1/12 ਲਾਣਾ ਹੀ ਲਾਣਾ ਆ। ਠੀਕ ਨਾ। ਉਹਦੇ ਚੇਤੇ ਰੱਖੋ ਕਿੰਨਾ ਜੀ 1/12। ਤੇ ਬੇਟਾ ਹੁਣ ਅਸੀਂ ਲਾਣਾ ਹੈਗਾ ਨਾਲ ਟਾਈਮ। ਟਾਈਮ ਬੇਟਾ ਸਾਡੇ ਕੋਲ ਅਲੱਗ ਅਲੱਗ ਆ, ਤੁਹਾਨੂੰ ਚੇਤੇ ਕਰਨਾ ਪੈਣਾ। ਇੱਕ ਗੱਲ ਯਾਦ ਰੱਖਿਓ, ਜੇ ਤਾਂ ਹੈਗਾ ਫਸਟ ਡੇ ਫੈਬਰੀ ਮੰਥ 13/2, ਜੇ ਹੈਗਾ ਲਾਸਟ ਡੇ ਫੈਬਰੀ ਮੰਥ 11/2। ਠੀਕ ਆ। ਜੇ ਹੈਗਾ ਫਸਟ ਡੇ ਫੈਬਰੀ ਕੁਆਟਰ 15/2, ਜੇ ਹੈਗਾ ਲਾਸਟ ਡੇ ਫੈਬਰੀ ਕੁਆਟਰ 9/2, ਜੇ ਫਸਟ ਡੇ ਫੈਬਰੀ 6 ਮੰਥ ਆ 7/2, ਜੇ ਮਤਲਬ ਹੈਗਾ ਆ ਕਿਆ ਕਹਿੰਦੇ ਲਾਸਟ ਡੇ ਜਾਂ ਐਂਡ ਆਫ ਫੈਬਰੀ 6 ਮੰਥ ਆ 5/2। ਠੀਕ ਨਾ। ਇਸ ਤੋਂ ਇਲਾਵਾ ਬੇਟਾ ਜਾਂ ਕੋਈ ਵੀ ਮਿਡਲ ਹੋਵੇ, ਠੀਕ ਹੈ ਜੀ, ਜਾਂ ਫਿਰ ਸਾਨੂੰ ਡੇਟ ਨਹੀਂ ਦਿੱਤੀ ਹੋ, ਤਾਂ ਜਿਹੜਾ ਸਾਡਾ ਟਾਈਮ ਲੱਗਣਾ ਆ ਉਹ 6 ਲੱਗਣਾ ਆ। ਕਿੰਨਾ ਲੱਗਣਾ ਜੀ 6। ਜੇ ਮਿਡਲ ਹੋਵੇ ਜਾਂ ਫਿਰ ਡੇਟ ਨਹੀਂ ਦਿੱਤੀ ਹੋ। ਹੁਣ ਇਹ ਸੀਗਾ ਸਾਡੇ ਕੋਲ ਐਂਡ ਆਫ ਫੈਬਰੀ ਮੰਥ। ਐਂਡ ਆਫ ਫੈਬਰੀ ਮੰਥ ਦਾ ਕਿੰਨਾ ਹੈ ਬੇਟਾ 11/2 ਇਨਟੂ 11/2 ਤੇ ਇਸ ਚੀਜ਼ ਨੂੰ ਬੇਟਾ ਤੁਸੀਂ ਸੋਲਵ ਕਰ ਦੇਣਾ ਜਿੰਨਾ ਆਨਸਰ ਆਊਗਾ। ਠੀਕ ਹੈ ਨਾ। ਇਹ ਬੇਟਾ ਤੁਸੀਂ ਦੇਖ ਲੈਣਾ ਇੰਟਰਸਟ ਔਨ ਡਰਾਇੰਗ ਹੈ ਜੀ ਫਸਟ ਡੇ ਫੈਬਰੀ ਮੰਥ ਆ, ਲਾਸਟ ਡੇ ਫੈਬਰੀ ਮੰਥ ਆ, ਜਾਂ ਡੇਟ ਮਤਲਬ ਫਸਟ ਡੇ ਫਿਰ 6 ਮੰਥ ਆ, ਜਿਹੜਾ ਹੋਊਗਾ ਉਹਦੇ ਹਿਸਾਬ ਨਾਲ ਗੁਣਾ ਕਰ ਲੈਣੀ ਆ। ਠੀਕ ਹੈ ਨਾ। ਹੁਣ ਬੇਟਾ ਜੇ ਮਤਲਬ ਤੁਸੀਂ ਨਾ ਸਿੰਪਲ ਜਿਹਾ ਚਿੱਤ ਕਰਨਾ ਹੋਵੇ, ਆਹ ਤਰੀਕਾ ਹੁੰਦਾ ਬੇਟਾ ਸਿੱਧਾ। ਦੇਖੋ ਸਾਡੇ ਕੋਲ ਕੀ ਹੈਗਾ ਜੀ ਕਿਆ ਕਹਿੰਦੇ ਹੁੰਦੇ ਨੂੰ ਆਪਾਂ, ਜੇ ਤਾਂ ਮਤਲਬ ਫਸਟ ਡੇ ਆ 12 ਨਾਲ ਮਲਟੀਪਲਾਈ ਕਰਦੇ ਆ, ਜੇ ਤਾਂ ਬਿਗਨਿੰਗ ਆਫ ਫੈਬਰੀ ਮੰਥ ਆ ਤਾਂ ਇੱਕ ਜੋੜ ਦੇਣਾ ਆ, ਜੇ ਲਾਸਟ ਫੈਬਰੀ ਮੰਥ ਆ ਇੱਕ ਘਟਾ ਦੇਣਾ ਆ 11/2 ਤੇ 13/2। ਠੀਕ ਨਾ। ਬਾਕੀ ਇਹਦਾ ਫਾਰਮੂਲਾ ਉਹ ਵੀ ਤੁਹਾਨੂੰ ਦੱਸ ਮੈਂ ਕਿੱਦਾਂ ਬਣਾਉਂਦੇ ਹੁੰਦੇ ਆ। ਠੀਕ ਹੈ ਨਾ। ਕਿ ਜਿੱਦਾਂ ਮਤਲਬ ਕਿ ਫੋਰ ਐਗਜ਼ਾਮਪਲ ਕਿ ਜੇ ਆਪਾਂ ਕੁਆਟਰ ਬਣਾਉਣੇ ਆ 4-4 ਬਣਾਉਣੇ ਆ ਨਾ, ਮਤਲਬ 3-3 ਮਹੀਨੇ ਦੇ 4 ਕੁਆਟਰ ਆਣੇ ਆ। ਆਹ ਕਿੰਨਾ ਜੀ 15 ਆ, 12 ਵਿੱਚ 3 ਜੋੜ ਕੇ ਕਿੰਨਾ ਆਣਾ 15, 12 ਵਿੱਚ 3 ਘਟਾ ਕੇ ਕਿੰਨਾ ਜਾਣਾ 9। ਯਾਨੀ ਕਿ ਜੇ ਐਂਡ ਦਾ ਕੱਢਣਾ ਤਾਂ ਘਟਾਣਾ ਤਾਂ ਫਿਰ ਇਹਦਾ 6 ਮੰਥ ਆ, ਇਹਦੇ ਵਿੱਚ ਇੱਕ ਜੋੜਿਆ ਕਿੰਨਾ ਜੀ 7, ਇੱਕ ਘਟਾਇਆ ਕਿੰਨਾ ਜੀ 5। ਮਤਲਬ ਇਸ ਤਰ੍ਹਾਂ ਚੇਤੇ ਕਰ ਸਕਦੇ। ਉੱਦਾਂ ਵਾਲਾ ਘੋਟਾ ਮਤਲਬ ਬੰਦੇ ਚੇਤੇ ਕਰ ਲੈਣਾ ਤੁਸੀਂ। ਠੀਕ ਹੈ ਨਾ। ਆਹ ਬੇਟਾ ਸੀਗਾ ਜਿੱਦਾਂ ਮਤਲਬ ਆਹ ਤੁਹਾਨੂੰ ਮਤਲਬ ਮੰਥ ਦਿੱਤਾ ਹੋਵੇ, ਕੁਆਟਰ ਹੋਵੇ ਤੁਸੀਂ 4 ਨਾਲ ਗੁਣਾ ਟੋਟਲ ਡਰਾਇੰਗ ਕਰ ਲੈਣੀ, ਟਾਈਮ ਉਹਨਾਂ ਨਾਲ ਲਾਣਾ। ਤੁਸੀਂ ਦੇਖਣਾ ਕਿਆ ਚੀਜ਼ ਕਿਹਦਾ ਪੁੱਛਿਆ ਹੈ ਤੁਹਾਨੂੰ। ਠੀਕ ਹੈ ਨਾ। ਔਰ ਇਸੇ ਤਰ੍ਹਾਂ ਬੇਟਾ ਇਹਦੇ ਵਿੱਚ ਕੀ ਹੁੰਦਾ, ਜਿੱਦਾਂ ਮਤਲਬ ਫੋਰ ਐਗਜ਼ਾਮਪਲ ਆ ਤੁਹਾਨੂੰ ਮੈਂ ਕਿਹਾ ਮੰਨ ਲਓ ਡੇਟ ਨਹੀਂ ਦਿੱਤੀ ਹੋ, ਕਿਸ ਤਰ੍ਹਾਂ ਜੀ ਮੰਨ ਲਓ ਜੀ ਸਾਡੇ ਕੋਲ ਆਹ ਚੀਜ਼ ਆ, ਮੰਨ ਲਓ ਮੈਂ ਕਹਿ ਦਿੰਦਾ A ਤੇ B ਆ। ਠੀਕ ਆ। ਮੰਨ ਲਓ ਡਰਾਇੰਗ ਦੇਤੀ ਹੋ ਸਾਨੂੰ ਉਹਨੇ, A ਦੀ ਡਰਾਇੰਗ ਹੈਗੀ ਹੈ ਜੀ 15,000, ਇਹਦੀ ਹੈਗੀ ਹੈ ਜੀ 20,000, ਕੋਈ ਡੇਟ ਨਹੀਂ ਦਿੱਤੀ, ਸਿੰਪਲ ਇੰਨਾ ਕਹਿ ਦਿੱਤਾ। ਤੇ ਇੰਟਰਸਟ ਔਨ ਡਰਾਇੰਗ ਹੈਗਾ ਜੀ 10%, ਕੋਈ ਸਾਨੂੰ ਡੇਟ ਨਹੀਂ ਦਿੱਤੀ, ਕਿਸ ਡੇਟ ਨੂੰ ਕਢਾਇਆ ਐਵਰੀ ਮੰਥ ਆ, ਕੁਝ ਨਹੀਂ ਦਿੱਤਾ ਹੈ। ਤਾਂ ਬੇਟਾ ਸਿੰਪਲ ਮੈਂ ਤੁਹਾਨੂੰ ਦੱਸਿਆ ਪਹਿਲੇ, ਜਿਹਦਾ ਆਪਾਂ ਕਰਨਾ ਏਜ ਇੰਟਰਸਟ ਔਨ ਡਰਾਇੰਗ ਕਿੰਨੀ ਹੈ ਜੀ 15,000। ਟੋਟਲ ਡਰਾਇੰਗ ਇਹੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਕਿਸੇ ਨਾਲ ਗੁਣਾ ਨਹੀਂ ਕਰਨਾ। ਟੇਬਲ ਵਿੱਚ ਤੁਹਾਨੂੰ ਦਿਖਾ ਦਿਆ ਸੀ ਨਾ ਮੈਂ ਇਹਦੇ ਪਿਛਲੇ ਪਾਸੇ ਕਿ ਜਦੋਂ ਡੇਟ ਨਹੀਂ ਦਿੱਤੀ ਹੋਏਗੀ ਨਾ ਸਾਡੇ ਕੋਲ, ਤਾਂ ਇੰਟਰਸਟ ਔਨ ਕਿਆ ਜੀ ਟੋਟਲ ਡਰਾਇੰਗ ਕਿਆ ਜੀ, ਟੇਬਲ ਵਿੱਚ ਦੇਖ ਲਓ ਕਿਸੇ ਨਾਲ ਗੁਣਾ ਨਹੀਂ ਕਰਨੀ, ਜੋ ਹੈਗਾ ਉਹੀ ਡਰਾਇੰਗ ਦਾ ਗੁਣਾ ਕਿਆ ਜੀ 10/100 ਗੁਣਾ ਨਾਲ 1/12 ਤਾਂ ਲਾਣਾ ਹੈ।
और ਜਦੋਂ ਮਿਡਲ ਹੋਵੇ ਜਾਂ ਡੇਟ ਨਹੀਂ ਦਿੱਤੇ ਹੋਵੇ ਟਾਈਮ ਕਿੰਨਾ ਹੁੰਦਾ ਜੀ 6। ਇਸ ਚੀਜ਼ ਨੂੰ ਸੋਲਵ ਕਰਕੇ ਲਿਖ ਦੇਣਾ ਕਿੰਨਾ ਆ, ਇੱਧਰ b ਦਾ ਕੱਢ ਦੇਣਾ, ਠੀਕ ਨਾ। ਜੇ ਮਤਲਬ ਕੋਈ ਡੇਟ ਨਹੀਂ ਦਿੱਤੀ ਉਹ ਤਾਂ ਅਸੀਂ ਕੀ ਲੈਣਾ ਹੈਗਾ ਜੀ, ਟੋਟਲ ਡਰਾਇੰਗ ਸਾਡੇ ਕੋਲ ਉਹੀ ਹੋਣੀ ਆ, ਰੇਟ ਗੁਣਾ 1/12 ਤੇ ਗੁਣਾ 6, ਠੀਕ ਨਾ। ਇਹ ਬੇਟਾ ਸਾਡਾ ਇੰਟਰਸਟ ਔਨ ਡਰਾਇੰਗ ਦੇ ਸਾਰੇ ਸਵਾਲ ਕਰਕੇ ਦੇਖ ਲਿਓ ਉਦਾਂ ਹੀ ਸਿੰਪਲ ਇੰਨਾ ਯਾਦ ਰੱਖਣਾ ਕਿ ਟੋਟਲ ਡਰਾਇੰਗ ਜੇ ਕੁਆਟਰ ਦੇ ਤਾਂ 4 ਨਾਲ ਮਲਟੀਪਲਾਈ ਕਰਨਾ, ਉਹਦੇ ਵਾਲਾ ਟਾਈਮ ਲਾਣਾ, ਠੀਕ ਨਾ। ਇਹ ਵਾਲਾ ਬੇਟਾ ਹੈਗਾ ਤੁਹਾਡਾ ਇੰਟਰਸਟ ਔਨ ਡਰਾਇੰਗ। ਹੁਣ ਇਹਦੇ ਵਿੱਚ ਇੱਕ ਟੌਪਿਕ ਹੋਰ ਆ ਸਾਡਾ ਕਿ ਜੇ ਸਾਨੂੰ ਇਹ ਡੇਟ ਵੀ ਦਿੱਤੀ ਹੋਵਾ ਪਰ ਇੱਕੋ ਹੀ ਪਾਰਟਨਰ ਨੇ ਅਲੱਗ-ਅਲੱਗ ਡੇਟ ਤੇ ਕਢਵਾਈਆਂ ਆ, ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਆ ਮੈਂ ਇਹਦੇ ਵਿੱਚ ਲੈ ਲੈਣਾ ਕਿਹਾ ਜੀ ਕਿ ਇਹ ਪਾਰਟਨਰ ਆ, ਠੀਕ ਹੈ, ਇਹ ਕਿਹਾ ਜੀ ਪਾਰਟਨਰ ਆ, ਜਿਹੜੀ ਉਹਦੀ ਡਰਾਇੰਗ ਆ ਉਹਨੇ ਅਲੱਗ-ਅਲੱਗ ਡੇਟ ਨੂੰ ਇੱਕ ਤੋਂ ਜ਼ਿਆਦਾ ਵਾਰ ਕਢਾਇਆ। ਫੋਰ ਐਗਜ਼ਾਮਪਲ ਡੇਟ ਹੈਗੀ ਆ ਜੀ 1/10/19 ਨੂੰ ਉਹਨੇ 3000 ਰੁਪਇਆ ਕਢਾਇਆ, ਠੀਕ ਆ। ਉਸ ਤੋਂ ਬਾਅਦ ਜੀ 1/10/19 ਨੂੰ ਮੰਨ ਲਓ ਜੀ 31/12 ਨੂੰ, ਠੀਕ ਆ, 19 ਨੂੰ ਉਹਨੇ ਕਿੰਨਾ ਕਢਾਇਆ ਜੀ 2000 ਰੁਪਇਆ, ਠੀਕ ਆ। ਉਸ ਤੋਂ ਬਾਅਦ ਜੀ ਮੈਂ ਕਹਿ ਦਿੰਦਾ 1/2/20 ਨੂੰ ਉਹਨੇ ਕਿੰਨਾ ਕਢਾਇਆ ਜੀ 3000। ਇਹਦਾ ਅਲੱਗ-ਅਲੱਗ ਡੇਟ ਨੂੰ ਕਢਾਇਆ ਪੈਸੇ, ਠੀਕ ਨਾ। ਮੰਨ ਲਓ ਜੀ ਜਿਹੜਾ ਇੰਟਰਸਟ ਔਨ ਡਰਾਇੰਗ ਆ ਉਹ ਹੈਗਾ 10% ਤੇ ਬੁੱਕਸ ਕਲੋਜ਼ ਹੁੰਦੀਆਂ ਹੈਗੀਆਂ 31 ਮਾਰਚ ਨੂੰ ਹੁੰਦੀਆਂ, ਕਿੰਨੇ ਨੂੰ ਹੁੰਦੀਆਂ ਜੀ 31। ਜਿੱਦਾਂ ਬੇਟਾ ਜੇ ਨਾ ਇੱਕੋ ਪਾਰਟਨਰ ਨੇ ਇਹਦੇ ਜਿੱਦਾਂ ਤਾਂ 3 ਡੇਟਾਂ ਆ ਤੁਹਾਡੇ ਕੁਐਸਚਨ ਦੇ ਵਿੱਚ, 5 ਡੇਟਾਂ ਹੋ ਸਕਦੀਆਂ, 6 ਡੇਟਾਂ ਵਿੱਚ ਤੁਸੀਂ ਉਸ ਹਿਸਾਬ ਨਾਲ। ਤਾਂ ਬੇਟਾ ਜਦੋਂ ਨਾ ਇਹਦਾ ਅਲੱਗ-ਅਲੱਗ ਹੋਵੇ ਜਿਹੜਾ ਤੁਸੀਂ ਇਹਦਾ ਇੰਟਰਸਟ ਔਨ ਡਰਾਇੰਗ ਆ ਉਹ ਟੇਬਲ ਬਣਾ ਕੇ ਕੱਢਣਾ। ਕਿਸ ਤਰ੍ਹਾਂ ਜੀ, ਤੁਸੀਂ ਪਹਿਲਾਂ ਲਿਖ ਲੈਣਾ ਡੇਟ, ਠੀਕ ਆ, ਫਿਰ ਲਿਖਣੀ ਹੈਗੀ ਤੁਸੀਂ ਡਰਾਇੰਗ, ਫਿਰ ਤੁਸੀਂ ਲਿਖਣਾ ਨੰਬਰ ਆਫ ਮੰਥ, ਫਿਰ ਬੇਟਾ ਲਿਖਣਾ ਹੈਗਾ ਤੁਸੀਂ ਪ੍ਰੋਡਕਟ, ਠੀਕ ਨਾ। ਜਿੱਦਾਂ ਬੇਟਾ ਡੇਟ ਆ, ਪਹਿਲਾਂ ਡੇਟ ਦੇਖ ਲਓ ਕਿਤੇ ਕਿਤੇ ਵਿਡਰੋ ਕਰਾਇਆ 1/10/19, 31/12/19, 1/2/20। ਡਰਾਇੰਗ ਕਿੰਨੀ ਕਿੰਨੀ ਹੈ ਜੀ 3000, 2000 ਤੇ 3000, ਕਿੰਨਾ ਹੈ ਜੀ 3000, 2000 ਤੇ 3000, ਠੀਕ ਆ। ਹੁਣ ਬੇਟਾ ਨੰਬਰ ਆਫ ਮੰਥ ਕਿੱਦਾਂ ਆਣੀ ਆ, ਤੁਸੀਂ ਕੀ ਕਰਨਾ, ਜਿਸ ਡੇਟ ਨੂੰ ਡਰਾਇੰਗ ਕਰਾਈ ਆ ਉਸ ਡੇਟ ਤੋਂ ਲੈ ਕੇ ਕਲੋਜਿੰਗ ਡੇਟ ਤੱਕ, ਜਿਹੜੀ ਸਾਡੇ ਕੋਲ ਕਲੋਜਿੰਗ ਡੇਟ ਆ ਇਦਣ ਤੱਕ ਗਿਣਨਾ। ਜਿੱਦਾਂ ਕਿੰਨਾ ਬੇਟਾ 1/10 ਆ, ਕਿਹੜਾ ਜੀ ਅਕਤੂਬਰ ਆ, ਮਤਲਬ ਕਿਹੜਾ ਜੀ 1/10 ਅਕਤੂਬਰ, 10ਵਾਂ 11ਵਾਂ 12ਵਾਂ, ਪਹਿਲਾ ਦੂਜਾ ਤੀਜਾ, 6 ਮਹੀਨੇ ਹੋ ਗਿਆ। ਇਹਦਾ ਨੰਬਰ ਆਫ ਮੰਥ ਕਿੰਨੇ ਆਣੇ ਆ ਜੀ 6। ਅਗਲਾ ਹੈਗਾ 31/12, 12ਵਾਂ ਮਹੀਨਾ ਤਾਂ ਲੰਘ ਗਿਆ, ਕਿਹੜਾ ਬਚਿਆ ਜੀ ਪਹਿਲਾ ਦੂਜਾ ਤੀਜਾ, ਕਿੰਨੇ ਜੀ 3 ਮਹੀਨੇ। ਅੱਗੇ ਕਿਹੜਾ ਜੀ 1/2 ਆ, ਜਾਣੀ ਕਿ ਦੂਸਰਾ ਮੰਥ ਤੀਸਰਾ ਮੰਥ, ਮਾਰਚ ਤੱਕ ਗਿਣਨਾ ਨਾ 31 ਤੱਕ, ਕਿੰਨਾ ਜੀ 2। ਪ੍ਰੋਡਕਟ ਦੇ ਵਿੱਚ ਦੋਨਾਂ ਨੂੰ ਮਲਟੀਪਲਾਈ ਕਰਕੇ ਲਿਖ ਦੇਣਾ। 3000 ਨੂੰ 6 ਨਾਲ ਗੁਣਾ ਕੀਤਾ ਕਿੰਨਾ ਜੀ 18000, 2000 ਨੂੰ 3 ਨਾਲ ਗੁਣਾ ਕੀਤਾ ਕਿੰਨਾ ਜੀ 6000, 3000 ਨੂੰ 2 ਨਾਲ ਗੁਣਾ ਕੀਤਾ ਕਿੰਨਾ ਜੀ 6000। ਔਰ ਇਹਦਾ ਜੋੜ ਕਿੰਨਾ ਕੱਢ ਦੇਣਾ ਤੁਸੀਂ, ਕਿੰਨਾ ਜੀ ਆ ਬਣ ਗਿਆ ਸਾਡੇ ਕੋਲ 12 12 6, ਕੁੱਲ ਕਰ ਲੈਣਾ ਪਹਿਲਾਂ ਦਾ 30000, ਠੀਕ ਨਾ। ਇਹ ਬੇਟਾ ਸਾਡੇ ਕੋਲ ਇੱਕ ਤਰ੍ਹਾਂ ਦੀ ਟੋਟਲ ਡਰਾਇੰਗ ਆ ਜਾਣੀ। ਫਿਰ ਤੁਸੀਂ ਬੇਟਾ ਉਹੀ ਕੱਢ ਦੇਣਾ, ਕਿਆ ਜੀ ਇੰਟਰਸਟ ਔਨ ਡਰਾਇੰਗ ਕਿੰਨਾ ਹੈ ਜੀ 30000, ਠੀਕ ਨਾ। ਉਸ ਤੋਂ ਬਾਅਦ ਜੀ ਇੰਟਰਸਟ ਔਨ ਡਰਾਇੰਗ ਤੋਂ ਬਾਅਦ 30000 ਗੁਣਾ ਰੇਟ ਆ ਜਿੰਨਾ, ਮਤਲਬ ਰੇਟ ਹੈਗਾ 10/100, ਠੀਕ ਨਾ। ਬੇਟਾ ਜਿਹੜਾ ਰੇਟ ਹੋਊਗਾ ਉਹ ਲਾਣਾ। ਜਿੱਦਾਂ ਮੈਂ ਹਰੇਕ ਐਗਜ਼ਾਮਪਲ 'ਚ 10% ਲਈ ਜਾਂਦਾ ਨਾ, ਇਹ 15% ਵੀ ਹੋ ਸਕਦਾ, 20% ਵੀ ਹੋ ਸਕਦਾ ਹੈ, ਠੀਕ ਨਾ। ਜਿੰਨਾ ਉਹਨੇ ਕਿਹਾ ਹੋਊਗਾ ਇੰਟੂ 1/12, ਕਿੰਨਾ ਜੀ 1/12। ਤੇ ਬੇਟਾ ਇਹ ਗੱਲ ਯਾਦ ਰੱਖਣੀ ਹਮੇਸ਼ਾ, ਜਦੋਂ ਵੀ ਆਪਾਂ ਇਦਾਂ ਇੰਟਰਸਟ ਔਨ ਡਰਾਇੰਗ ਕੱਢਦੇ ਆ ਨਾ, ਜਿਹੜਾ ਟਾਈਮ ਲੈਣਾ ਆ ਹਮੇਸ਼ਾ ਹੀ 1/12 ਹੀ ਲੈਣਾ ਆ। ਕਿੱਦਾਂ ਲੈਣਾ ਹਮੇਸ਼ਾ 1/12। ਬਾਕੀ ਬੇਟਾ ਇਹਨੂੰ ਸੋਲਵ ਕਰ ਦੇਣਾ ਤੁਸੀਂ ਜਿੰਨਾ ਵੀ ਆਉਂਦਾ ਹੈਗਾ, ਠੀਕ ਹੈ ਨਾ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਕੈਲਕੂਲੇਟਰ ਤੇ ਕਰਨਾ, ਇਦਾਂ ਕਰਦੇ ਜੀ, ਆ ਗਿਆ ਜੀ, ਇਹ ਆ ਗਿਆ 3 ਤੇ ਪਹਿਲਾਂ, ਫਿਰ ਕਿੰਨਾ ਆ ਗਿਆ ਜੀ 4, 4 ਤੇ ਇਹਨੂੰ ਕੱਢ ਦਿਓ ਕਿੰਨਾ ਜੀ 250, 250 ਆ ਜਾਣਾ, ਠੀਕ ਨਾ। ਇਹ ਬੇਟਾ ਜਦੋਂ ਸਾਡਾ ਮੇਰੇ ਕੋਲ ਇੱਥੇ ਬੁੱਕ ਦੇ ਵਿੱਚ 19ਵਾਂ ਕੁਐਸਚਨ, ਠੀਕ ਨਾ। ਇਹ ਬੇਟਾ ਸਾਡਾ ਟੌਪਿਕ ਹੋ ਗਿਆ ਹੈਗਾ ਹੁਣ ਇੰਟਰਸਟ ਔਨ ਡਰਾਇੰਗ, ਜਿਹੜਾ ਕੱਲ ਕੀਤਾ ਸੀ ਇੰਟਰਸਟ ਔਨ ਕੈਪੀਟਲ, ਠੀਕ ਨਾ। ਕਿਹੜਾ ਬੇਟਾ ਇੰਟਰਸਟ ਔਨ ਕੈਪੀਟਲ। ਹੁਣ ਬੇਟਾ ਤੁਸੀਂ ਇੰਟਰਸਟ ਔਨ ਡਰਾਇੰਗ ਤੇ ਇੰਟਰਸਟ ਔਨ ਕੈਪੀਟਲ ਤੁਹਾਡਾ ਹੋ ਗਿਆ। ਹੁਣ ਤੁਹਾਨੂੰ ਮੈਂ ਨਾਲੇ ਇੰਟਰਸਟ ਔਨ ਤੁਹਾਡਾ ਲੋਨ ਵੀ ਦੱਸ ਦਿੰਦਾ ਇਹਦੇ ਵਿੱਚ, ਕਿਆ ਜੀ ਇੰਟਰਸਟ ਔਨ ਲੋਨ, ਠੀਕ ਹੈ ਨਾ। ਇੰਟਰਸਟ ਔਨ ਲੋਨ ਦਾ ਬੇਟਾ ਸਿੰਪਲ ਗੱਲ ਹੁੰਦੀ, ਜਿੱਦਾਂ ਮਤਲਬ ਤੁਸੀਂ ਆਮ ਸਿੰਪਲ ਇੰਟਰਸਟ ਵਾਲੇ ਕਿਆ ਜੀ ਕੱਢਦੇ ਹੋ, ਠੀਕ ਨਾ।
क्या है जी, ए इंटरस्ट ऑन लोन। ਇਹਦੇ ਵਿੱਚ ਹੁੰਦਾ ਬੇਟਾ ਕਿ ਮਤਲਬ ਨਾ ਜਿਹੜਾ ਫਾਰਮ ਆ ਉਹਨੇ ਆਪਣੇ ਪਾਰਟਨਰ ਤੋਂ, ਜਿਹੜਾ ਤਾਂ ਨੇ ਆਪਣਾ ਪੈਸਾ ਲਾਉਣਾ ਉਹ ਤਾਂ ਕੈਪੀਟਲ ਹੁੰਦੀ ਆ। ਕਈ ਵੇਲੇ ਕੀ ਹੁੰਦੇ ਆ ਕਿ ਜਿਹੜੇ ਪਾਰਟਨਰ ਆ ਨਾ, ਜੇ ਫਾਰਮ ਦੇ ਵਿੱਚ ਜ਼ਿਆਦਾ ਪੈਸਿਆਂ ਦੀ ਲੋੜ ਪੈ ਜਾਵੇ ਤਾਂ ਉਹ ਜਿਹੜਾ ਫਾਰਮ ਨੂੰ ਲੋਨ ਦਿੰਦੇ ਆ, ਉਹਨੂੰ ਆਪਾਂ ਕਹਿ ਦਿੰਦੇ ਆ, ਮੰਨ ਲਓ ਕਹਿ ਜੀ ਜਿਹੜਾ ਮਤਲਬ ਪਾਰਟਨਰ ਆ, ਠੀਕ ਨਾ, ਉਹਨੇ ਕਿਹਨੂੰ ਲੋਨ ਦੇਣਾ ਜੀ, ਫਾਰਮ ਨੂੰ, ਪਾਰਟਨਰਸ਼ਿਪ ਫਾਰਮ ਨੂੰ, ਤੇ ਉਹਨੂੰ ਕਹਿ ਦਿੰਦੇ ਆਪਾਂ ਕਹਿ ਜੀ ਲੋਨ ਟੂ ਫਾਰਮ। ਮਤਲਬ ਪਾਰਟਨਰ ਨੇ ਫਾਰਮ ਨੂੰ ਲੋਨ ਦਿੱਤਾ, ਔਰ ਫਾਰਮ ਜਿਹੜਾ ਹੁੰਦਾ ਹੈ ਨਾ, ਇਸ ਲੋਨ ਤੇ ਇਹਨੂੰ ਕੀ ਦਿੰਦਾ ਜੀ, ਇੰਟਰਸਟ ਦਿੰਦਾ, ਜਿਹਨੂੰ ਆਪਾਂ ਕਹਿ ਦਿੰਦੇ ਆ ਇੰਟਰਸਟ ਔਨ ਲੋਨ। ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਜੀ, ਇੰਟਰਸਟ ਔਨ ਲੋਨ। ਠੀਕ ਹੈ, ਕੀ ਕਹਿੰਦੇ ਆ ਜੀ, ਇੰਟਰਸਟ ਔਨ ਲੋਨ ਕਹਿੰਦੇ ਆਪਾਂ ਇਹਨੂੰ। ਠੀਕ ਹੈ ਨਾ। ਹੁਣ ਬੇਟਾ ਇੰਟਰਸਟ ਔਨ ਲੋਨ, ਇੱਕ ਚੀਜ਼ ਗੱਲ ਰੱਖਿਓ ਕਿ ਜਿਹੜਾ ਹੈ ਨਾ ਸਾਡੇ ਕੋਲ ਫੋਰ ਐਗਜ਼ਾਮਪਲ ਪਾਰਟਨਰਸ਼ਿਪ ਹੁੰਦੀ ਆ, ਪਾਰਟਨਰਸ਼ਿਪ ਦੇ ਵਿੱਚ ਬੇਟਾ ਜਿਹੜਾ ਹੈ ਨਾ ਸਾਡੇ ਕੋਲ ਉਹਦੇ ਵਿੱਚ ਐਗਰੀਮੈਂਟ ਹੋਇਆ ਹੁੰਦਾ, ਜਿਹੜਾ ਕਿਹਾ ਜੀ ਕੋਈ ਵੀ ਪਾਰਟਨਰਸ਼ਿਪ ਆ ਉਹਦੇ ਵਿੱਚ ਕਿਹਾ ਜੀ ਸਾਡੇ ਕੋਲ ਹੈ ਨਾ, ਜਿੱਦਾਂ ਮਤਲਬ ਦੋ ਬੰਦੇ ਰਲ ਕੇ ਕੰਮ ਕਰਦੇ ਆ, ਠੀਕ ਹੈ ਨਾ, ਜਿੱਦਾਂ ਮਤਲਬ ਨਹੀਂ ਰਲ ਕੇ ਕੰਮ ਕਰਨਾ ਆ, ਠੀਕ ਹੈ, ਜਿੱਦਾਂ A ਤੇ B ਆ, ਠੀਕ ਹੈ, ਦੋਨੇ ਕਹਿੰਦੇ ਰਲ ਕੇ ਵੀ ਅਸੀਂ ਕੰਮ ਕਰਨਾ, ਕੋਈ ਵੀ ਬਿਜ਼ਨਸ ਸਟਾਰਟ ਕਰਨਾ ਆ, ਜੋ ਵੀ ਪ੍ਰੋਫਿਟ ਹੋਣਾ ਇੱਕ ਪਾਰਟੀਕੂਲਰ ਰੇਸ਼ੋ ਵਿੱਚ ਵੰਡ ਲੈਣਾ। ਤੇ ਬੇਟਾ ਨਹੀਂ, ਇੱਕ ਕਹਿੰਦਾ ਆਪਸ ਵਿੱਚ ਰਿਟਨ ਜਿਹੜਾ ਹੈ ਮਤਲਬ ਐਗਰੀਮੈਂਟ ਕਰਨਾ, ਕੀ ਕਰਨਾ ਜੀ, ਇਹਨੀ ਰਿਟਨ ਐਗਰੀਮੈਂਟ ਕਰਨਾ, ਠੀਕ ਹੈ ਨਾ। ਤੇ ਜਿਹਨੂੰ ਬੇਟਾ ਆਪਾਂ ਰਿਟਨ ਦੇ ਵਿੱਚ ਨਹੀਂ ਜਾਣੀ ਕਿ ਲਿਖ ਲੈਣਾ ਪਾਈ ਇੰਨਾ ਹੋਣਾ, ਜਿਹੜਾ ਮਗਰੋਂ ਆਪਾਂ ਕੀ ਕਹਿੰਦੇ ਆ ਜੀ, ਇਹ ਪਾਰਟਨਰਸ਼ਿਪ ਐਗਰੀਮੈਂਟ, ਠੀਕ ਹੈ ਨਾ, ਉਹਨੂੰ ਕੀ ਕਹਿੰਦੇ ਨੇ ਆਪਾਂ, ਪਾਰਟਨਰਸ਼ਿਪ ਐਗਰੀਮੈਂਟ। ਜਾਣੀ ਕਿ ਉਹਦੇ ਵਿੱਚ ਬੇਟਾ ਲਿਖਤੀ ਰੂਪ ਵਿੱਚ ਲਿਖ ਲੈਣਾ ਕਿਸ ਬੰਦੇ ਨੇ ਕਿੰਨਾ ਪੈਸਾ ਲੈਣਾ, ਕਿਹਨੂੰ ਸੈਲਰੀ ਮਿਲਣੀ, ਕਿਹਨੂੰ ਕੁਛ ਮਿਲਣਾ, ਠੀਕ ਹੈ, ਲਿਖਿਆ ਹੁੰਦਾ ਬਕਾਇਦਾ ਕਿ ਇਸ ਪਾਰਟਨਰ ਦੀ ਕਿੰਨੀ ਕੈਪੀਟਲ ਆ, ਕਿਹਨੂੰ ਕਿੰਨਾ ਸੈਲਰੀ ਮਿਲਣੀ, ਕਿਹਨੂੰ ਕਿੰਨਾ ਕਮਿਸ਼ਨ ਮਿਲਣਾ, ਉਹਨਾਂ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੀ ਹੋਣਾ, ਇੰਟਰਸਟ ਔਨ ਲੋਨ ਕੀ ਹੁੰਦਾ, ਸਾਰਾ ਕੁਝ ਲਿਖਿਆ ਹੁੰਦਾ। ਤੇ ਬੇਟਾ ਜਦੋਂ ਹੈ ਨਾ ਕਈ ਵੇਲੇ ਉਹਨਾਂ ਵਿੱਚ ਮਤਲਬ ਲਿਖਤੀ ਕੋਈ ਐਗਰੀਮੈਂਟ ਨਹੀਂ ਹੁੰਦਾ, ਪਾਰਟਨਰਸ਼ਿਪ ਦੇ ਵਿੱਚ ਕਹਿ ਜੀ ਲਿਖਤੀ ਐਗਰੀਮੈਂਟ ਨਹੀਂ ਹੁੰਦਾ, ਸਿੰਪਲ ਉਹ ਇੱਦਾਂ ਹੀ ਆਏ ਰਲ ਕੇ ਕੀ ਕਰਨ ਲੱਗ ਪਏ ਜੀ, ਬਿਜ਼ਨਸ ਕਰਨ ਲੱਗ ਪਏ, ਰਲ ਕੇ ਕੀ ਕਰਨ ਲੱਗ ਪਏ ਜੀ, ਬਿਜ਼ਨਸ ਕਰਨ ਲੱਗ ਪਏ। ਤਾਂ ਉਸ ਵੇਲੇ ਜਿਹੜਾ ਬੇਟਾ ਕੰਡੀਸ਼ਨਾਂ ਹੁੰਦੀਆਂ ਆ, ਯਾਨੀ ਕਿ ਕਿਹਾ ਜੀ ਆਪਾਂ ਕਹਿ ਸਕਦੇ ਹਾਂ ਇਨ ਐਬਸੈਂਸ ਆਫ ਕਿਹਾ ਜੀ ਪਾਰਟਨਰਸ਼ਿਪ ਐਗਰੀਮੈਂਟ। ਇੱਕ ਗੱਲ ਯਾਦ ਰੱਖਿਓ ਜੀ, ਜਿਹੜਾ ਮਤਲਬ ਇਹਨਾਂ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੋਣਾ ਆ ਉਹ ਬੇਟਾ ਹੋਣਾ ਇਕੁਅਲ, ਯਾਨੀ ਕਿ ਜੇ ਦੋ ਪਾਰਟਨਰ ਆ ਦੋਨਾਂ ਦਾ ਇੱਕ ਇੱਕ, ਤਿੰਨ ਪਾਰਟਨਰ ਆ ਤਾਂ ਤਿੰਨਾਂ ਦਾ ਇੱਕ ਇੱਕ, ਠੀਕ ਹੈ, ਤਿੰਨਾਂ ਦਾ ਕਿਹਾ ਜੀ ਇੱਕ ਇੱਕ। ਦੂਜੇ ਨੰਬਰ ਤੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਤੀਜੇ ਨੰਬਰ ਤੇ ਜੀ ਜਿਹੜਾ ਇਹਨਾਂ ਦਾ ਮਤਲਬ ਕਿਹਾ ਜੀ ਇੰਟਰਸਟ ਔਨ ਲੋਨ ਹੋਣਾ ਆ ਉਹ ਬੇਟਾ 6% ਹੁੰਦਾ ਆ, ਜੇ ਨਹੀਂ ਕੁਛ ਨਹੀਂ ਦੱਸਿਆ ਆ। ਇੰਟਰਸਟ ਔਨ ਲੋਨ ਕਿੰਨਾ ਹੋਣਾ ਜੀ, 6%। ਇੰਟਰਸਟ ਔਨ ਲੋਨ ਕਿੰਨਾ ਹੋਣਾ ਜੀ, 6%, ਠੀਕ ਨਾ। ਉਸ ਤੋਂ ਇਲਾਵਾ ਬੇਟਾ ਨਾ ਤਾਂ ਕਿਸੇ ਨੂੰ ਨੋ ਸੈਲਰੀ ਟੂ ਐਨੀ ਪਾਰਟਨਰਸ, no interest on capital, no interest on drawing, no commission to partners are allowed। ਜਾਣੀ ਕਿ ਹੋਰ ਕਿਸੇ ਨੇ ਮਿਲਣਾ, ਨਾ ਕਿਸੇ ਨੂੰ ਸੈਲਰੀ ਮਿਲਣੀ, ਨਾ ਕੋਈ ਇੰਟਰਸਟ ਔਨ ਕੈਪੀਟਲ ਹੋਣਾ, ਨਾ ਕੋਈ ਇੰਟਰਸਟ ਔਨ ਡਰਾਇੰਗ ਹੋਣੀ ਆ, ਤੇ ਨਾ ਕਿਸੇ ਨੂੰ ਕੋਈ ਕਮਿਸ਼ਨ ਦਿੱਤਾ ਜਾਣਾ ਆ। ਸਿਰਫ ਦੋ ਚੀਜ਼ਾਂ, ਜਦੋਂ ਨਾ ਕੋਈ ਐਗਰੀਮੈਂਟ ਨਹੀਂ ਹੋਇਆ ਉਹਦੇ ਮੂੰਹ ਜਵਾਨੀ ਆ ਕੇ ਗੱਲ ਕਰਨ ਲੱਗ ਪਈ ਆ, ਠੀਕ ਹੈ ਨਾ, ਉਹਨੇ ਕੋਈ ਮਤਲਬ ਲਿਖਤੀ ਵਿੱਚ ਨਹੀਂ ਕੀਤਾ ਆ, ਉਹਦੇ ਬੇਟਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਇਕੁਅਲ ਹੋਣਾ ਆ, ਤੇ ਜਿਹੜਾ ਇਹਨਾਂ ਦਾ ਇੰਟਰਸਟ ਔਨ ਲੋਨ ਹੋਣਾ ਆ ਉਹ ਕਿੰਨਾ ਹੋਣਾ ਜੀ, 6% ਹੋਣਾ। ਇੰਟਰਸਟ ਔਨ ਲੋਨ ਕਿੰਨਾ ਹੋਣਾ ਜੀ, 6% ਹੋਣਾ ਹੈ, ਠੀਕ ਹੈ ਨਾ। ਉਹ ਤੋਂ ਬੇਟਾ ਅੱਗੇ ਹੈਗਾ ਆ ਸਾਡੇ ਕੋਲ, ਜਿੱਦਾਂ ਹੁਣ ਮੰਨ ਲਓ ਇੰਟਰਸਟ ਔਨ ਲੋਨ ਕੱਢਣਾ ਕਿੱਦਾਂ ਹੈ ਬੇਟਾ, ਤਾਂ ਸਿੰਪਲ ਹੈ, ਜਿੱਦਾਂ ਸਿੰਪਲ ਇੰਟਰਸਟ ਹੁੰਦਾ। ਇੰਟਰਸਟ ਔਨ ਲੋਨ ਦਾ ਫਾਰਮੂਲਾ ਹੁੰਦਾ ਜੀ, ਕਿਆ ਹੈ ਜੀ, ਇੰਟਰਸਟ ਔਨ ਲੋਨ ਕੀ ਹੁੰਦਾ ਜੀ, ਪਹਿਲੇ ਨੰਬਰ ਤੇ ਲੋਨ ਆ ਜਿੰਨਾ ਗੁਣਾ ਰੇਟ ਬਟਾ 100 ਗੁਣਾ ਬੇਟਾ ਜਿੰਨਾ ਟਾਈਮ ਹੋਣਾ, ਜਿੰਨਾ ਕੀ ਹੋਣਾ ਜੀ, ਟਾਈਮ, ਠੀਕ ਨਾ। ਮੰਨ ਲਓ ਫੋਰ ਐਗਜ਼ਾਮਪਲ ਲੋਨ ਜਿਹੜਾ ਲਿਆ ਸੀ ਉਹ ਲਿਆ ਸੀ 1/10/15 1/10/19 ਨੂੰ, ਠੀਕ ਹੈ, ਕਿੰਨਾ ਜੀ, ਮੰਨ ਲਓ 50,000 ਸੀਗਾ ਜੀ,
ਠੀਕ ਆ। ਤੇ ਜਿਹੜਾ ਇੰਟਰਸਟ ਔਨ ਲੋਨ ਆ ਉਹ ਹੈਗਾ ਜੀ ਮੰਨ ਲਓ ਜੀ 15%। ਕਿੰਨਾ ਹੈ ਜੀ 15%। ਤਾਂ ਜਿਹੜੀਆਂ ਬੁੱਕਸ ਕਲੋਜ਼ ਹੁੰਦੀਆਂ ਉਹ ਹੁੰਦੀਆਂ 31 ਮਾਰਚ ਨੂੰ। ਕਿੱਦਣ ਕਲੋਜ਼ ਹੁੰਦੀਆਂ ਜੀ 31 ਮਾਰਚ ਨੂੰ। ਤਾਂ ਆਪਾਂ ਕਰ ਦੇਣਾ ਸਿੰਪਲ, ਕਿਆ ਹੈ ਜੀ ਇੰਟਰਸਟ ਔਨ ਲੋਨ ਕਿੰਨਾ ਜੀ 50,000 ਸੀਗਾ, ਗੁਣਾ ਜਿੰਨਾ ਰੇਟ ਆ 15/100, ਠੀਕ ਨਾ, ਗੁਣਾ ਟਾਈਮ ਬੇਟਾ ਜਿੰਨਾ। ਦੇਖੋ ਲੋਨ ਉਹਨੇ ਦਿੱਤਾ ਸੀਗਾ 1/10/19 ਨੂੰ। ਕਿੰਨੇ ਨੂੰ ਦਿੱਤਾ ਸੀਗਾ 1/10/19 ਨੂੰ। ਤਾਂ ਬੇਟਾ 1/10/19 ਤੋਂ ਲੈ ਕੇ, ਠੀਕ ਨਾ, ਅਸੀਂ ਕਿੰਨੇ 31 ਮਾਰਚ 2020 ਤੱਕ ਦੇਖ ਲੈਣਾ। 10ਵਾਂ 11ਵਾਂ 12ਵਾਂ ਪਹਿਲਾ ਦੂਜਾ ਤੀਜਾ, ਜਾਣੀ ਕਿ ਸਿੱਧਾ ਜੀ 6 ਮਹੀਨੇ ਦਾ 6/12 ਇਹਨੂੰ ਸੋਲਵ ਕਰ ਦੇਣਾ, ਠੀਕ ਹੈ ਨਾ। ਔਰ ਮੰਨ ਲਓ ਜੇ ਮੰਨ ਲਓ ਫੋਰ ਐਗਜ਼ਾਮਪਲ ਇੱਦਾਂ ਕਿ ਦਿੱਤਾ ਹੋਵੇ, ਕਿਆ ਜੀ ਏਜ ਲੋਨ ਕਿੰਨਾ ਹੈ ਜੀ 15,000 ਆ। ਕਿੱਦਣ ਲਿਆ ਜੀ ਇਹ ਲਿਆ ਹੈਗਾ ਮੰਨ ਲਓ ਜੀ 1/12/19 ਨੂੰ, ਠੀਕ ਨਾ। ਬਸ ਹੋਰ ਕੁਛ ਨਹੀਂ ਕਹਿੰਦਾ, ਕਹਿੰਦਾ ਇੰਟਰਸਟ ਔਨ ਲੋਨ ਪਤਾ ਕਰੋ, ਠੀਕ ਨਾ। ਹੁਣ ਬੇਟਾ ਜੇ ਸਾਨੂੰ ਰੇਟ ਨਹੀਂ ਦਿੱਤੀ ਉਹ ਨਾ, ਇੰਟਰਸਟ ਔਨ ਏਜ ਲੋਨ ਕਿੰਨਾ ਹੈ ਜੀ 15,000। 15,000 ਦਾ 10 ਨਹੀਂ ਸੋਰੀ, ਜੇ ਰੇਟ ਨਹੀਂ ਦਿੱਤਾ ਹੁੰਦਾ ਤਾਂ 6% ਲੱਗਦਾ ਹੁੰਦਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਐਜ਼ ਏ ਡਿਫਾਲਟ ਕੇਸ 6/100 ਗੁਣਾ 1/12 ਨੂੰ ਹੋਇਆ ਜਾਂਦਾ 12ਵਾਂ ਮਹੀਨਾ ਪਹਿਲਾ ਦੂਜਾ ਤੀਜਾ। ਜੇ ਆਪਾਂ ਇਹ ਵੀ ਮੰਨ ਕੇ ਚੱਲਦੇ 31 ਮਾਰਚ ਨੂੰ ਬੁੱਕਸ ਕਲੋਜ਼ ਆ, ਕਿੰਨੇ ਜੀ 4 ਗੁਣਾ 4/12। ਤੇ ਇਸ ਚੀਜ਼ ਨੂੰ ਸੋਲੋ ਕਰ ਦੇਣਾ, ਇਸ ਚੀਜ਼ ਨੂੰ ਸੋਲੋ ਕਰ ਦੇਣਾ ਜਿੱਦਾਂ ਅਸੀਂ ਕਰਦੇ ਹਾਂ, ਠੀਕ ਹੈ ਨਾ। ਇਹ ਬੇਟਾ ਸਾਡਾ ਸੀਗਾ ਇੰਟਰਸਟ ਲੋਨ, ਜਾਣੀ ਕਿ ਇੰਟਰਸਟ ਲੋਨ ਜਿੱਦਾਂ ਸਿੰਪਲ ਕੱਢਦੇ ਹੁੰਦੇ ਉੱਦਾਂ ਹੀ ਨਿਕਲਣਾ ਤੁਹਾਡਾ, ਠੀਕ ਨਾ। ਔਰ ਇਹਦੇ ਵਿੱਚ ਵੀ ਜਿੱਦਾਂ ਆਪਾਂ ਇੰਟਰਸਟ ਔਨ ਕੈਪੀਟਲ ਦੇ ਪਿੱਛੇ ਕੀਤਾ ਸੀਗਾ, ਮੰਨ ਲਓ ਜੀ ਇਹਦੇ ਵਿੱਚ ਹੀ ਆ ਹੁਣ ਜਿੱਦਾਂ ਇੰਟਰਸਟ ਔਨ ਲੋਨ ਸਾਡੇ ਕੋਲ ਕਿੰਨਾ ਆ ਜਾਣਾ ਜੀ, ਇਹ ਆ ਜਾਣਾ ਹੈਗਾ ਸਾਡੇ ਕੋਲ, ਸੋਲਵ ਕਰ ਲਓ ਜੀ 2 ਨੂੰ 2 ਇਹਨਾਂ ਕੀਤਾ ਕਿੰਨਾ ਜੀ 2 150, ਮੰਨ ਲਓ 300 ਆ ਗਿਆ ਜੀ। ਇੰਟਰਸਟ ਲੋਨ ਕਿੰਨਾ ਆ ਗਿਆ ਜੀ 300। ਜਿੱਦਾਂ ਸਾਨੂੰ ਅਲੱਗ-ਅਲੱਗ ਕੇਸ ਦਿੱਤੇ ਹੋਣਗੇ, ਪਹਿਲੇ ਨੰਬਰ ਤੇ ਦਿੱਤਾ ਹੋਊਗਾ ਪ੍ਰੋਫਿਟ ਬਿਫੋਰ ਇੰਟਰਸਟ ਔਨ ਲੋਨ, ਮਤਲਬ ਦਿੱਤਾ ਜੀ ਸਾਨੂੰ 600। ਦੂਜੇ ਨੰਬਰ ਤੇ ਪ੍ਰੋਫਿਟ ਬਿਫੋਰ ਇੰਟਰਸਟ ਔਨ ਲੋਨ, ਮਤਲਬ ਇਹ ਦਿੱਤਾ ਸਾਨੂੰ 200 ਜੀ, ਠੀਕ ਨਾ। ਤੀਜੇ ਨੰਬਰ ਤੇ ਲੋਸ ਕਿਆ ਹੈ ਜੀ ਬਿਫੋਰ ਇੰਟਰਸਟ ਔਨ ਲੋਨ ਕਿੰਨਾ ਹੈ ਜੀ 100 ਆ। ਯਾਨੀ ਕਿ ਫਿਰ ਉਸ ਹਿਸਾਬ ਨਾਲ ਜਿੱਦਾਂ ਆਪਾਂ ਪਹਿਲਾਂ ਇੰਟਰਸਟ ਔਨ ਕੈਪੀਟਲ ਵਾਲਾ ਨਹੀਂ ਕੀਤਾ ਸੀਗਾ, ਪਹਿਲਾਂ ਅਸੀਂ ਲਿਖ ਲੈਣਾ ਕਿਆ ਹੈ ਜੀ ਪ੍ਰੋਫਿਟ ਬਿਫੋਰ ਇੰਟਰਸਟ ਔਨ ਲੋਨ ਕਿੰਨਾ ਹੈ ਜੀ 600 ਆ। ਇਹ ਜਿੱਦਾਂ ਕੈਪੀਟਲ ਆਪਾਂ ਲੈਸ ਕਰਕੇ ਬਣਦੇ ਸੀ ਨਾ, ਇੱਦਾਂ ਲਿਖ ਦੇਣਾ ਇੰਟਰਸਟ ਔਨ ਲੋਨ ਕਿੰਨਾ ਹੈ ਜੀ 300, ਠੀਕ ਹੈ। ਜੇ ਇਹਨੂੰ 500 ਲੈਣਾ ਬੇਟਾ ਮੈਂ, ਆਹ ਵਾਲਾ ਕਿੰਨਾ ਲੈ ਲਓ ਜੀ 500। 500 ਦੇ ਵਿੱਚ 300 ਕੱਢਿਆ ਕਿੰਨਾ ਆ ਗਿਆ ਜੀ 200 ਆ ਗਿਆ। ਹੁਣ 200 ਨੂੰ ਵੰਡ ਦੇਣਾ, ਜੋ ਵੀ ਰੇਸ਼ੋ ਹੋਊਗਾ 3-2 ਦਾ ਕੱਢ ਦੇਣਾ, ਏਜ ਸ਼ੇਅਰ ਆਫ ਪ੍ਰੋਫਿਟ, ਇੱਦਾਂ ਜੀ ਬੀਜ ਸ਼ੇਅਰ ਆਫ ਪ੍ਰੋਫਿਟ। ਮੰਨ ਲਓ ਮੈਂ ਕਹਿੰਦਾ 3-2 ਦਾ ਰੇਸ਼ੋ ਹੈ ਇਹਨਾਂ ਦਾ, ਕਿੰਨਾ ਜੀ 200 ਨੂੰ 3/5 ਨਾ, ਤੇ 200 ਨੂੰ 2/5 ਨਾ। ਬੇਟਾ ਇੰਟਰਸਟ ਔਨ ਕੈਪੀਟਲ ਵਾਲਾ ਮੈਂ ਕਰਵਾਉਣਾ ਨਹੀਂ ਹੈਗਾ, ਤੁਸੀਂ ਆਪੇ ਕਰਿਓ, ਠੀਕ ਨਾ। ਜਿਹੜਾ ਤੁਹਾਡਾ 23ਵਾਂ ਕੁਐਸਚਨ ਹੈ ਨਾ ਸੈਡ ਐਂਡ ਹੈਪੀ ਵਾਲਾ, ਇਹਦੇ ਨਾਲ ਦਾ ਹੀ ਆ। ਜਿਹੜਾ ਸੈਡ ਐਂਡ ਹੈਪੀ ਵਾਲਾ ਆ ਇਹਦੇ ਨਾਲ ਦਾ ਕੁਐਸਚਨ ਹੈ, ਤੁਸੀਂ ਇਹ ਵਾਲੇ ਕਰ ਲੈਣਾ, ਠੀਕ ਨਾ। ਬਸ ਬੇਟਾ ਇਹ ਸੀਗਾ ਤੁਹਾਡਾ ਇੰਟਰਸਟ ਔਨ ਡਰਾਇੰਗ। ਇਹ ਕਿਹੜਾ ਸੀਗਾ ਜੀ ਇੰਟਰਸਟ ਔਨ ਡਰਾਇੰਗ ਤੇ ਇੰਟਰਸਟ ਔਨ ਲੋਨ। ਇਹਦੇ ਕੁਐਸਚਨ ਕਰ ਲਿਓ, ਕੋਈ ਨਹੀਂ ਪਤਾ ਤਾਂ ਲੱਗਾ ਮੈਨੂੰ ਤੁਸੀਂ ਜੀ ਦੱਸ ਦਿਓ, ਠੀਕ ਹੈ। ਮੈਨੂੰ ਕੁਐਸਚਨ ਬੇਟਾ ਹੱਲ ਕਰਕੇ ਦੇਖੀ ਜਾਓ, ਜਿਹਦਾ ਆਨਸਰ ਨਾ ਆਇਆ ਨਾ ਉਹ ਮੈਨੂੰ ਦੱਸ ਦਿਓ, ਫਿਰ ਮੈਨੂੰ ਆਪਣੀ ਫੋਟੋ ਵੀ ਲਿਖ ਕੇ ਖਿੱਚ ਕੇ ਪਾ ਦੇ, ਜਿਹੜਾ ਸਵਾਲ ਕੀਤਾਂਗਾ ਮੈਂ ਦੇਖ ਲੂੰਗਾ ਕੀ ਗਲਤੀ ਕੀਤੀ ਹੈ। ਇਹ ਨਹੀਂ ਕਿ ਸਿੱਧਾ ਕਹਿਣਾ ਸਵਾਲ ਸਮਝ ਨਹੀਂ ਲੱਗਾ, ਪਹਿਲਾਂ ਗਲਤ ਕਰਕੇ ਦੇਖਣਾ ਆ, ਫਿਰ ਜਿੱਦਾਂ ਗਲਤ ਕੀਤਾਂਗਾ ਮੈਨੂੰ ਫੋਟੋ ਪਾਇਆ, ਫਿਰ ਮੈਂ ਦੇਖੂੰਗਾ ਤੁਸੀਂ ਕੀ ਗਲਤੀ ਕਰਦੇ, ਠੀਕ ਹੈ। ਓਕੇ ਬੇਟਾ ਥੈਂਕਸ। ਇਹਨਾਂ ਤੁਹਾਡਾ ਹੁਣ ਇੰਟਰਸਟ ਔਨ ਕੈਪੀਟਲ, ਇੰਟਰਸਟ ਔਨ ਡਰਾਇੰਗ ਤੇ ਇੰਟਰਸਟ ਔਨ ਲੋਨ ਖਤਮ। ਹੁਣ ਅਗਲਾ ਟੌਪਿਕ ਆਪਾਂ ਅਗਲੇ ਲੈਕਚਰ 'ਚ ਕਰਾਂਗੇ, ਠੀਕ ਹੈ। ਓਕੇ ਬੇਟਾ ਥੈਂਕਸ।